ਪ੍ਰਤਪਾਲੈ ਨਿਤ ਸਾਰ ਸੰਭਾਲੈ। ਇਕ ਗੁਣ ਨਹੀਂ ਮੂਰਖ ਜਾਤਾ ਰੇ। ਹਰਿ ਅਰਾਧ ਨ ਜਾਨਾ ਹਰੇ। ਹਰ ਹਰ ਗੁਰ ਗੁਰ ਕਰਤਾ ਰੇ। ਹਰਿ ਜੀਉ ਨਾਮ ਪਰਿਉ ਰਾਮਦਾਸ। ਹਰਿ ਅਰਾਧ ਨ ਜਾਨਾ ਹਰੇ। ਹਰ ਹਰ ਗੁਰ ਗੁਰ ਕਰਤਾ ਰੇ। ਹਰਿ ਜੀਉ ਨਾਮ ਪਰਿਉ ਰਾਮਦਾਸ। ਗੁਰਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬਹਿਰਾਈ। ਗੁਰਪੂਰੇ ਕਾ ਜਪਿਆ ਜਾਪ। ਕਹਾਂ ਕਰੈ ਕੋਈ ਬੇਚਾਰਾ। ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਂ ਕੀ ਸ਼ਰਨ ਪਰਿਉ ਨਾਨਕ ਦਾਸ। ਜਾਂ ਤੇ ਉਪਰ ਕੋ ਨਾਹੀ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਂ ਕੀ ਸ਼ਰਨ ਪਰਿਉ ਨਾਨਕ ਦਾਸ। ਜਾਂ ਤੇ ਉਪਰ ਕੋ ਨਾਹੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗਰੀਬ ਨਵਾਜ ਭਗਤ ਵਚਲ ਪਤਿਤ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ ਗੁਰੂ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ
पावन और पवित्र इलाही साची तुर की बाणी दे शब्द कीर्तन प्यार और सत्कार सहित निता प्रति की तरह आप जी ने श्रवण कीते हैं। और गुरबाणी कीर्तन तो उपरंत आओ गुरबाणी विचार दे नाल जुड़िए। श्रोमणी भगत भगत कबीर साहब जी दे पावन और पवित्र सलोकां दी विचार दी जो लड़ी इन्हां गुर अस्थाना विखे चल रही है, तिन्हां दी विचार दी सांझ पाईए। सब तो पहला गुरु बख्शी फतेह प्रवान करो। प्यार अदब सहित आखो जी वाहिगुरु जी का खालसा वाहिगुरु जी की फतेह। भगत कबीर जी दी पावन रसना तो उचारण कीते हुए 205 सलोकां तक दी विचार पिछलेरियां दीवानां च आप जी ने निरंतर श्रवण कीती है। और कल जिथों असी विचार नूं संकोचिया सी, कबीर साहब जी ने उस मनुख का जिक्र किया जां उन्हां मनुखां दा जिक्र किया जिहड़े मन अंदर एक विकारी बिरती रख के उस तरह दीयां आसावां इच्छावां मन च रख के ते उन्हां विकारां नूं पूरियां करन दे लई विकारां दी पूर्ति दे लई यतन करते हैं। पर क्योंकि सतगुरु ने बाणी च बिल्कुल शुरुआत च भी ये गल सानू समझाई है कि भुखिया भुख ना उतरे जे बन्ना पुरियां भार। ये जिहड़ी पदार्थवादी भुख है, शरीर की भुख तो मुक जाती है, मन की भुख नहीं मुकती है। विकारां की भुख जिन्ना मर्जी पदार्थां दे विकारां दे मनुख भोग भोगदा रहे, पर वो भांडा फिर भी अंदरों खाली दा खाली महसूस होंदा है। इनू सतगुरु कहंदे विख्या मैं किन्ही तृप्त न पाई, ज्यों पावक ईदन नहीं तरापै, बिन हर कहाँ अगाई। जिवें अग च जिन्ना मर्जी बालन पावो, जिन्ना मर्जी बालन पावो, सारी दिहाड़ी भी अग च बालन पाउंदे रहो तो अग रजदी नहीं है, तृप्त नहीं हुंदी। इस तरह अंदर ये विषयां विकारां दी अग है, नहीं बुझदी है। मनुख दी खोपड़ी नहीं भरदी जिन्ने मर्जी पदार्थ इकत्तर करी जाए। एक पहला भी असी गाथा वो सांझी कीती है कि राजे दे कोल महात्मा गया जी कुछ दान दक्षिणा दवो, ते राजे नूं तरस आया, कहण लगा महात्मा जो मंगदा इनू दे दवो। ते वो महात्मा ने एक छोटा जिहा खप्पर अगे करके कहण लगा बस ये भर दवो, होर बहुता कुछ नहीं चाहिए। पर वो जिहड़ा राजे का खजानची सी, ਉਹ ਹੁਣ ਉਹ ਖੱਪਰ 'ਚ ਬਹੁਤ ਸਾਰੇ ਪਦਾਰਥ ਪਾਉਂਦਾ ਹੈ, ਪਰ ਖੱਪਰ ਭਾਰੀ ਨਹੀਂ ਰਿਹਾ ਹੈ। ਰਾਜੇ ਨੂੰ ਆ ਕੇ ਕਹਿਣ ਲੱਗਾ ਇਹ ਫਕੀਰ ਲੱਗਦਾ ਕੋਈ ਤਲਿਸਮੀ ਹੈ, ਕੋਈ ਜਾਦੂਗਰ ਹੈ, ਕੋਈ ਤਲਿਸਮੀ ਖੱਪਰ ਹੈ ਇਹਦੇ ਕੋਲ। ਮੈਂ ਕਿੰਨਾ ਕੁਝ ਇਹਦੇ 'ਚ ਪਾ ਦਿੱਤਾ, ਸਾਡੇ ਤੇ ਲੱਗਦਾ ਖਜ਼ਾਨੇ ਇਹਦੇ 'ਚ ਪੈ ਜਾਣੇ ਨੇ, ਇਹਨੇ ਫੇਰ ਨਹੀਂ ਭਰਨਾ ਹੈ। ਤੇ ਰਾਜੇ ਨੇ ਕੋਲ ਸੱਦ महात्मा ਨੂੰ ਪੁੱਛਿਆ ਖੱਪਰ ਕਿਹੜੀ ਚੀਜ਼ ਦਾ ਬਣਿਆ ਹੈ ਜਿਹੜਾ ਭਰ ਨਹੀਂ ਰਿਹਾ ਹੈ। ਤੇ ਉਹ ਫਕੀਰ ਕਹਿਣ ਲੱਗਾ ਇਹ ਮੈਂ ਮਨੁੱਖ ਦੀ ਖੋਪੜੀ ਦਾ ਬਣਾਇਆ ਹੈ, ਨਾ ਉਹ ਭਰਦੀ ਹੈ ਨਾ ਇਹ ਭਰੇਗਾ। महाराज कहते ये वाकई मनुख के अंदर ये जड़ा विषयां विकारां दा ऐसा खूह है ना, बिना तले दे बाल्टी की तरह है, जिन्ना मर्जी उपरों पाई जाओ ये भरदा नहीं है। तो कबीर साहब कहते की हुंदा है फिर मनोरथ कोई ना पूरे ओ चाले ऊठ निराश,
ਮਨੋਰਥ ਪੂਰੇ ਨਹੀਂ ਹੁੰਦੇ, ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ, ਅਧੂਰੀਆਂ ਇੱਛਾਵਾਂ ਦੇ ਨਾਲ ਹੀ ਬੰਦਾ ਸੰਸਾਰ ਤੋਂ ਤੁਰ ਜਾਂਦਾ ਹੈ। ਨਾ ਤੇ ਉਧਰ ਜੀਵਨ ਮਨੋਰਥ ਨੂੰ ਪੂਰੀਆਂ ਕਰਨ ਵਾਲੇ ਪਾਸੇ ਯਤਨ ਕੀਤਾ ਤੇ ਉਧਰ ਵੀ ਗੱਲ ਕੋਈ ਨਾ ਬਣੀ, ਨਾ ਇਧਰ ਪਦਾਰਥਾਂ ਵਾਲੇ ਪਾਸੇ ਕੋਈ ਖੇਡ ਬਣਦੀ ਹੈ। ਇੱਦਾਂ ਫਿਰ ਇਹ ਖਾਲੀ ਦਾ ਖਾਲੀ ਸੰਸਾਰ ਤੋਂ ਤੁਰ ਜਾਂਦਾ ਹੈ, ਨਿਰਾਸ਼ ਹੋਇਆ। ਅੱਜ ਅਗਲੇ 206 ਨੰਬਰ ਸ਼ਲੋਕ 'ਚ ਭਗਤ ਕਬੀਰ ਸਾਹਿਬ ਜੀ ਵਾਹਿਗੁਰੂ ਦੇ ਸਿਮਰਨ ਦੀ ਪ੍ਰਥਮ ਬਰਕਤ ਸਾਨੂੰ ਸਮਝਾ ਰਹੇ ਨੇ। ਕਹਿਣ ਲੱਗੇ, ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਕਿਉਂਕਿ ਜਦੋਂ ਵੀ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰ ਅਸਥਾਨ ਵਿਖੇ ਕਿਧਰੇ ਜਾਂਦੇ ਹਾਂ, ਜਾਂ ਕੋਈ ਵੀ ਸਾਨੂੰ ਲੱਗੇ ਕਿ ਇਹ ਕੁਝ ਤਾਕਤ ਰੱਖਣ ਵਾਲਾ ਮਨੁੱਖ ਹੈ, ਤੇ ਅਕਸਰ ਸਾਡੀ ਮੰਗ ਤਾਂ ਸੁੱਖ ਦੀ ਮੰਗ ਹੁੰਦੀ ਹੈ ਕਿ ਸਾਡਾ ਜੀਵਨ ਸੁੱਖ ਵਾਲਾ ਜੀਵਨ ਹੋਵੇ, ਸੁਖੀ ਜੀਵਨ ਹੋਵੇ, ਸਾਡੇ ਪਰਿਵਾਰ 'ਚ ਸੁੱਖ ਸਹੂਲਤਾਂ ਹੋਣ। ਔਰ ਗੁਰੂ ਮਹਾਰਾਜ ਨੇ ਬਿਲਕੁਲ ਉਹੀ ਰਮਜ ਪਕੜਦਿਆਂ ਹੋਇਆਂ ਤੇ ਸਾਨੂੰ ਬਾਣੀ 'ਚ ਵਾਰ-ਵਾਰ ਸੁੱਖ ਦਾ ਜੋ ਸਰੋਤ ਤੇ ਸਾਧਨ ਹੈ ਉਹ ਸਮਝਾਇਆ, ਤੇ ਹਰ ਵਾਰ ਇਹੀ ਕਿਹਾ ਗਿਆ ਹੈ, ਸੁੱਖ ਨਾਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ ਹੈ, ਅਕਾਲ ਪੁਰਖ ਦੀ ਭਗਤੀ 'ਚ ਸੁੱਖ ਹੈ। ਕੇਵਲ ਲੋਕ ਦਾ ਸੁੱਖ ਹੀ ਨਹੀਂ ਹੈ, ਗੁਰੂ ਕਹਿੰਦੇ ਪਰਲੋਕ ਦਾ ਸੁੱਖ ਵੀ ਵਾਹਿਗੁਰੂ ਦੀ ਭਗਤੀ 'ਚ ਹੈ। ਸੁਖਮਨੀ ਸਾਹਿਬ ਦੇ ਆਰੰਭ 'ਚ ਹੀ ਆਪਾਂ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਕ ਜਗ੍ਹਾ ਮਹਾਰਾਜ ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਇਹ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਕਹਿੰਦੇ ਕਰੋ, ਬਾਰੰਬਾਰ ਕਰੋ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਇਹ ਉਹ ਨਾਮ ਅੰਮ੍ਰਿਤ ਖਜ਼ਾਨਾ ਹੈ ਜਿਹਦੇ ਨਾਲ ਸਾਡੇ ਮਨ ਦੀ ਵੀ ਤੇ ਸਾਡੇ ਤਨ ਦੀ ਵੀ ਸੰਤੁਸ਼ਟੀ ਤੇ ਤ੍ਰਿਪਤੀ ਹੋਣੀ ਹੈ। ਇਸ ਕਰਕੇ ਦਾਤਾ ਜੀ ਕਹਿੰਦੇ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਨਾਮ ਅੰਮ੍ਰਿਤ ਦੇ ਨਾਲ ਜੁੜ ਕੇ ਮਨ ਨੂੰ ਵੀ ਤ੍ਰਿਪਤ ਕਰਨਾ ਹੈ ਤੇ ਤਨ ਨੂੰ ਵੀ ਤ੍ਰਿਪਤ ਕਰਨਾ ਹੈ। ਅਸਲ 'ਚ ਭੁੱਖ 'ਚ ਦੁੱਖ ਹੈ, ਤ੍ਰਿਪਤੀ 'ਚ ਸੁੱਖ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਭੁੱਖ ਹੈ ਨਾ, ਜਿੰਨੀ ਦੇਰ ਮਨ ਅੰਦਰ, ਭਾਵੇਂ ਉਹ ਧਨ ਦੀ ਭੁੱਖ ਹੋਵੇ, ਭਾਵੇਂ ਉਹ ਦੁਨਿਆਵੀ ਮਾਣ ਸਨਮਾਨ ਦੀ ਭੁੱਖ ਹੋਵੇ, ਕਿਸੇ ਅਹੁਦੇ ਦੀ ਭੁੱਖ ਹੋਵੇ, ਤੇ ਜਿੰਨੀ ਦੇਰ ਤੱਕ ਭੁੱਖ ਹੈ ਉਨੀ ਦੇਰ ਤੱਕ ਦੁੱਖ ਹੈ। ਬੰਦੇ ਕੋਲ ਧਨ ਬਹੁਤ ਹੋਵੇ, ਹੁਣ ਕਿੰਨੇ ਅਸੀਂ ਵੇਖਦੇ ਹਾਂ ਰਾਜਨੀਤਿਕ ਲੀਡਰ ਆਗੂ, ਜਦੋਂ ਕੁਰਸੀਆਂ ਉਹਨਾਂ ਦੇ ਹੱਥੋਂ ਚਲੀਆਂ ਜਾਂਦੀਆਂ ਹਨ ਤੇ ਫਿਰ ਕਿਵੇਂ ਤੜਫਦੇ ਫਿਰਦੇ ਹਨ। ਹੁਣ ਧਨ ਦਾ ਉਹਨਾਂ ਦੇ ਕੋਲ ਘਾਟਾ ਨਹੀਂ ਹੈ, ਕਰੋੜਾਂ ਤੋਂ ਵੀ ਅੱਗੇ ਅਰਬਾਂ ਦੇ ਹਿਸਾਬ ਦੇ ਨਾਲ ਜਾਇਦਾਦਾਂ ਉਹਨਾਂ ਦੇ ਪਾਸ ਮੌਜੂਦ ਹਨ, ਪਰ ਕਿਉਂਕਿ ਕੁਰਸੀ ਦੀ ਭੁੱਖ ਹੈ, ਤਖਤ ਦੀ ਭੁੱਖ ਹੈ, ਅਹੁਦੇ ਦੀ ਭੁੱਖ ਹੈ, ਹੁਣ ਜਿੰਨੀ ਦੇਰ ਤੱਕ ਉਹ ਚੀਜ਼ ਮਿਲਦੀ ਨਹੀਂ ਹੈ ਉਨੀ ਦੇਰ ਤੱਕ ਉਹਨਾਂ ਨੂੰ ਸੁੱਖ ਮਹਿਸੂਸ ਨਹੀਂ ਹੁੰਦਾ ਹੈ। ਜਿੱਧਰ ਉਹਨਾਂ ਨੂੰ ਲੱਗਦਾ ਹੈ ਸਾਨੂੰ ਇਹ ਚੀਜ਼ ਮਿਲ ਸਕਦੀ ਹੈ, ਬੇਸ਼ੱਕ ਪਹਿਲਾਂ ਜਿਹਦਾ ਮਰਜ਼ੀ ਜਿੰਨਾ ਮਰਜ਼ੀ ਵਿਰੋਧ ਕਰਦੇ ਰਹੇ ਹੁਣ, ਤੁਰੰਤ ਮਿੰਟਾਂ ਸਕਿੰਟਾਂ 'ਚ ਰਾਤੋਂ ਰਾਤ ਪਾਲਾ ਬਦਲ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਕਿ ਅਹੁਦਾ ਮਿਲ ਜਾਏਗਾ, ਕੁਰਸੀ ਮਿਲ ਜਾਏ, ਕਿਉਂਕਿ ਇੱਕ ਭੁੱਖ ਹੈ। ਤੇ ਜਿੰਨੀ ਦੇਰ ਤੱਕ ਉਹ ਭੁੱਖ ਪੂਰੀ ਨਹੀਂ ਹੁੰਦੀ ਹੈ ਉਨੀ ਦੇਰ ਤੱਕ ਸੁੱਖ ਮਹਿਸੂਸ ਨਹੀਂ ਹੁੰਦਾ ਹੈ। ਜਿੱਥੇ ਭੁੱਖ ਹੈ ਉੱਥੇ ਦੁੱਖ ਹੈ, ਜਿੱਥੇ ਤ੍ਰਿਪਤੀ ਹੈ ਉੱਥੇ ਸੁੱਖ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਬਾਣੀ 'ਚ ਇੱਕ ਨੁਕਤਾ ਦੱਸਿਆ ਨਾ, ਮਹਾਰਾਜ ਕਹਿੰਦੇ ਵੇਖ ਸੰਸਾਰ ਦੀ ਗੱਲ ਤੇ ਇਹ ਹੈ ਕਿ ਕੋਈ ਵੀ ਚੀਜ਼ ਹੈ ਤੇਰੀ ਸਦੀਵੀ ਭੁੱਖ ਪਦਾਰਥ ਖਤਮ ਨਹੀਂ ਕਰ ਸਕਦੇ। ਹੁਣ ਆਪਾਂ ਭੋਜਨ ਖਾਂਦੇ ਹਾਂ, ਜੇ ਬੰਦੇ ਨੂੰ ਭੋਜਨ ਨਾ ਮਿਲੇ ਭੁੱਖ ਕਰਕੇ ਬੰਦਾ ਦੁਖੀ ਹੈ। ਭੋਜਨ ਮਿਲ ਗਿਆ ਪਰ ਇਹ ਥੋੜਾ ਹੈ ਕਿ ਚਾਰ ਪ੍ਰਸ਼ਾਦੇ ਮਿਲ ਗਏ, ਆਪਾਂ ਰੱਜ ਕੇ ਛਕ ਲਿਆ ਤੇ ਹੁਣ ਸਾਰੀ ਜ਼ਿੰਦਗੀ ਦਾ ਸੁੱਖ ਮਿਲ ਗਿਆ। ਉਹ ਤਾਂ ਥੋੜੇ ਵਕਤ ਦੀ ਗੱਲ ਹੈ, ਬਸ ਉਹ ਕੋਈ 4 ਪੈਰ 8 ਪੈਰ ਲੰਘਦੇ ਨੇ, ਭੁੱਖ ਤਾਂ ਫੇਰ ਲੱਗ ਜਾਂਦੀ ਹੈ ਦੁਬਾਰਾ। ਫਿਰ ਜੇ ਬੰਦੇ ਨੂੰ ਕੁਝ ਸਮਾਂ ਭੋਜਨ ਨਾ ਮਿਲੇ
2-4 दिन बंदा भुखा रहे तो फिर भुख का दुख करके वो तड़फ उठता है। फिर ਉਹਦਾ ਉਹ कदों दुख खत्म होता है जदों ਉਹਨੂੰ भोजन ਉਹਨੂੰ खुराक मिलती है। इसे तरह अहुदे आदक की खेड है। एक बार वो अहुदा मिल गया, बंदा उन्नी देर ते संतुष्ट है जिन्नी देर तक अहुदा कोल है, पर जदों अहुदा फिर चला गया वो भुख फिर उस तरह अंदर पैदा हो गई तो फिर इच्छा के दोबारा मिले। गुरु महाराज कहते जे तेरे सबर संतोख जीवन च वरत जाए ना तो फिर क्योंकि वो भुख खत्म हो जाएगी, तो भुख खत्म हो गई तो भुख तो उपजण वाला दुख भी मुक जाएगा। इनू गुरु बाणी च कहते बिना संतोख नहीं को राज्य। संतोख तो बिना कोई रज नहीं सकता है, तो जिनी देर तक कोई रज नहीं सकता, रजिया नहीं है, उन्नी देर तक वो सुखी नहीं है। संतोख साडे अंदर नू तृप्त करता है। तो ये सबर ते संतोख की दात कित्थों मिलती है? गुरु कोलों मिलती है। बाहरों पदार्थां चों वक्ती भुख तो खत्म होंदी है, पर सदीवी सबर संतोख नहीं मिलता है पदार्थां चों। उस सदीवी सबर संतोख कितों मिलता है? तृष्णा बूझै हर कै नाम, महासंतोख होवै गुर बचनी प्रभ स्यों लागै पूर्ण ध्यान। धन गुरु अर्जन देव महाराज कहते थाल विच 3 वस्तु पईओ सत संतोख विचारो, अमृत नाम ठाकुर का पयो जिसका सबस आधार। इत्थे है सत, गुरु तो सत मिलता है। गुरु ग्रंथ साहिब जी का एक एक बोल सानू सच सिखाउंदा है, क्योंकि एक एक बोल सच है, एक एक शब्द सच है, एक एक विचार सच है। और गुरु ग्रंथ साहिब तो सानू संतोख की दात मिलती है। एक एक बचन सानू सबर ते संतोख वाले पासे खड़दा है, और गुरु के एक एक शब्द चो नाम अमृत की दात भी मिलती है। इसे करके गुरु अर्जन साहब कहते जे सच चाहिदा है, जे संतोख चाहिदा है, जे नाम अमृत चाहिदा है, इधर उधर भटकण की कोई लोड़ नहीं है। तू इत्थे आ, इथों ये सारिया दातां तेरी झोली च पैणगियां, हिरदे च वसणगियां। सत संतोख विचारो, अमृत नाम ठाकुर का पयो जिसका सबस आधारो, जे को खावै जे को पुंचै तिसका होए उधारो। ये वस्त तजी न जाई। होर तू सारिया चीज़ां गुरु कहते छड़ के जीवन बतीत कर सकता है, पर तेरे आत्मक संतुष्ट ते सुखी जीवन दे लई नाम दा होना, सच्चाई दा होना ते सबर संतोख दा तेरे जीवन च होना अत्यंत जरूरी है। इहदे तो बिना गुजारा कोई नहीं हो सकता। ते वो चीज़ां मिलनियां ने बाणी चों, गुरु चों, गुरु कोलों। ये वस्त तजी न जाई, नित नित रख उर धारो, ते तम संसार चरण लग तरीया सब नानक ब्रह्म पसारो। पसारा ते सारे पासे ब्रह्म दा अकाल पुरख ते सब पासे व्यापक है। पर जे भव जल सागर तो पार लंघना फिर गुरु दे चरनां च जुड़ना पवेगा। ते गुरु सानू जोड़दे ने अमृत नाम दे नाल। ते जेड़े अमृत नाम दे नाल जुड़ गए गुरु राही, उन्हां दे जीवन च सच्चाई ते संतोख वरतदा है। ते जेड़े हिरदे च सबर संतोख है वो बंदा सुखी है। वो रुखी मिस्सी खा के भी सुखी है। जेड़े हिरदे च सबर संतोख नहीं है वो 36 प्रकार के पदार्थां दे भोग भोगदियां भी दुखी है। इनू महाराज कहते हाय हाय करे दिन रात, माया दुख मोहिया जियो। जिन्हों माया के दुख ने मोहिया पिया है ना, बेशक सारा कुछ उहदे पास मौजूद होवे, जिंदगी फिर भी हाय हाय करदियां लंघदी है, सुख जीवन च नहीं वरतदा। कबीर साहब कहते कबीर हर का सिमरन जो करे सो सुखिया संसार, इत उत कतै ना डोलई जिस राखै सिरजनहार। जिदी रखिया रखवाली सिरजनहार वाहिगुरु करदा है, वो डोलदा नहीं। महाराज कहते तू काहे डोलै प्राणियां तुद राखेगा सिरजनहार, जिन पैदाइश तू किया सोई दे आहार।
महाराज कहते डोलण की चिंता करने की कोई लोड़ नहीं है। जिहड़े दाते ने तेनू पैदा किया है, तेरी पालना संभालना भी वो करेगा। नानक चिंता मत करो, चिंता तिस ही हो। बच्चा छोटा जिहा हुंदा है, कोई उन्होंने चिंता नहीं होंदी है कि कित्थों कमाउणा है, कित्थों घर च अन्न अनाज आउणा है, किद्दां पेट भरेगा, किद्दां गुजारा चलेगा। छोटा बच्चा, उन्होंने कोई चिंता नहीं। क्यों? क्योंकि उन्होंने पता है मेरे सिर ते चिंता करने वाले मेरे माता पिता मौजूद है। मैं तो बस कहना ही है, उन्होंने अपने आप जिथों मर्जी प्रबंध करन। और माँ बाप आप भावें भुखे रह जाण पर अपने बच्चे नूं जरूर रजांदे हैं। जिन्ना मर्जी कोई गरीब तो गरीब बंदा भी होवे, फिर भी उहदी कोशिश हुंदी है कि मेरी औलाद दा पेट भरना चाहिए है। बच्चे नूं कोई चिंता नहीं है। छोटा बच्चा वो बेपरवाह बिरती है। इसे तरह महाराज कहते जिदे हिरदे च ये भरोसा बन जाए ना, तू मेरा पिता, तू है मेरा माता, तू मेरा बंधप, तू मेरा भराता, तू मेरा राखा, सबनी थाई तां भौके हा काड़ा जियो। वो फिर काड़े चिंता च नहीं जिउंदा है, क्योंकि उन्होंने पता है देण वाले दाते ने मेरे लिए कोई ना कोई प्रबंध करके ते मेरी भुख नूं खत्म कर ही देना है। इस करके वो डोलदा नहीं है। कबीर जी कहते ना इत्थे डोलदा ना उत्थे डोलदा, ना उन्होंने कोई विकार डुला पाउंदे ने, ना उन्होंने कोई माया मोह दीआं लहरां डुला पाउंदियां ने। किनूं? जिन्हें अकाल पुरख वाहिगुरू ते वाहिगुरू दे नाम दा सहारा पकड़ लिया है, सहारा ले लिया है। कबीर कहानी पीड़ ते सतगुर लिए छड़ाए। अगले 207 नंबर श्लोक च कबीर जी कहंदे असी दुनियादार जीव विकारां ते पदार्थां दीआं इच्छावां च जिउंदे पए सां ते दिन रात विकारां दी कहानी दे विच इदां पीड़े जा रहे सां जिवें कोलू दे विच तेली तिल पीड़दा है। इदां असीं विकारां दे विच पीड़े जा रहे सां, विकारां करके दुख भोग रहे सां। पर सतगुर लिए छड़ाए, गुरु ने रहमत कीती, गुरु ने किरपा कीती है, सानू विकारां दे कोलू दे विच पीड़न तो बचा लिया है। क्योंकि गुरु बचाउण वाला है, गुरु बख्शणहार, गुरु रखणहार, गुरु रखवाला है। महाराज कहते गुरपूरै मेरी राख लई, अमृत नाम हृदय में दीनो, जन्म जन्म की मैल गई, निवरे दूत दुष्ट बहराई, गुरपूरे का जपिया जाप, कहाँ करे कोई बेचारा, प्रभ मेरे का बड़ प्रताप। कहते विकारां दी हुण की हिम्मत है कि वो सानू दुख दे सकन, क्योंकि साडे गुरु दा प्रताप ते प्रभाव इन्ना वड्डा है कि विकारां नू पता है इहदे नाल गुरु खलोता है, ते जिहदे नाल गुरु ते पार ब्रह्म परमेश्वर खलोता होवे, विकारां दी हिम्मत नहीं पैंदी है कोई विकार उहदे नेड़े भी आ सकन। जां तू मेरे वल है तां क्या मुशंदा। एक जगह महाराज सच्चे पातशाह कहंदे गुर गोपाल गोबिंद गुर गुरपूर्ण नारायण है। गुरु गोपाल रूप भी है। गोपाल मतलब संसार नू पालन वाला। कौन है पालनहार? परमात्मा। ते गुरु गोबिंद रूप भी है। गोबिंद का भाव है सिरजण वाला। महाराज कहते साडे लई परमेश्वर पालन वाला भी गुरु ही है, साडे लई पैदा करन वाला भी गुरु ही है। गुरपूर्ण नारायण है। गुरु परमेश्वर रूप नारायण रूप है। गुर दयाल समर्थ गुर, गुरु नानक पतित उदाहरण है। गुरु दयालु है, दया रूप है। और गुर दयाल समर्थ गुर, साडा गुरु समर्थ है, सर्व कला सारियां ताकतां दा मालक है। और गुर नानक पतित उदाहरण है। जिहड़ा साडा गुरु है वो पतितां दा भी उद्धार करन वाला है। और किन्ने पतितां दा उद्धार गुरु ने कीता। एक खिल दे विच सतगुर खोटियों खरे करे, शब्द सवारनहार। एक सवली नदर कीती, जहर वर्गे कौड़े रीठियां नूं भी गुरु ने अमृत बना दिता। ते जहर वर्गियां जिन्हां दियां बिरतियां सन, आदम खोर बिरतियां, कातल बिरतियां, गुरु ने जदों सवली नदर वरताई ते उन्हां दा भी अमृत वर्गा जीवन बन गया। भाव जेड़े मारन ते लगे होए सन, गुरु ने उन्हां नूं तारन ते लगा दिता, भला करन वाले रस्ते ते लगा दिता। गुर नानक पतित उदाहरण है। भवजल बिखम असगा,
ਗੁਰ ਬੋਹਿਥੈ ਤਾਰਿਯਮ। ਉਹ ਕਹਿੰਦੇ ਸੰਸਾਰ ਇੱਕ ਬੜਾ ਭਿਆਨਕ ਭਵਜਲ ਹੈ, ਜਿੱਥੇ ਵਿਕਾਰਾਂ ਕਰਕੇ ਬੜੀ ਗਹਿਰਾਈ ਹੈ, ਵਿਕਾਰਾਂ ਦੀ ਬੜੀ ਡੂੰਘਾਪਨ ਹੈ। ਭਵਜਲ ਬਿਖਮ ਅਸਗਾ ਗੁਰ ਬੋਹਿਥੈ ਤਾਰਿਯਮ। ਗੁਰੂ ਇੱਕ ਉਹ ਜਹਾਜ਼ ਹੈ ਜੋ ਸਾਨੂੰ ਇਸ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੇ ਭਵਜਲ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ। ਜਿਹੜਾ ਪੂਰੇ ਗੁਰੂ ਦੇ ਚਰਨਾਂ 'ਚ ਜੁੜ ਜਾਂਦਾ ਹੈ, ਗੁਰੂ ਰਹਿਮਤ ਕਰਕੇ ਉਹਦੇ ਪੂਰਬਲੇ ਤੇ ਚੰਗੇ ਭਾਗਾਂ ਨੂੰ ਪ੍ਰਗਟ ਕਰਕੇ ਉਹਨੂੰ ਪਾਰ ਲੰਘਾ ਦਿੰਦੇ ਹਨ। ਕਬੀਰ ਸਾਹਿਬ ਕਹਿੰਦੇ ਵਿਕਾਰਾਂ ਦੀ ਕਹਾਣੀ 'ਚ ਅਸੀਂ ਵੀ ਪੀੜੇ ਜਾਣਾ ਸੀ, ਪਰ ਸਤਿਗੁਰ ਲੀਏ ਛਡਾਏ। ਸਾਡੇ ਤੇ ਗੁਰੂ ਨੇ ਕਿਰਪਾ ਕੀਤੀ, ਬਾਂਹ ਫੜ ਕੇ ਸਾਨੂੰ ਬਚਾ ਲਿਆ। ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ। ਅਸੀਂ ਤਾਂ ਚੱਲੇ ਸਾਂ ਅੰਧਕੂਪ ਵਿਕਾਰਾਂ ਦੇ ਖੂਹ ਦੇ ਵਿੱਚ ਡਿੱਗਣ, ਪਰ ਗੁਰੂ ਨੇ ਕਿਰਪਾ ਕਰਕੇ ਬਾਂਹ ਤੋਂ ਫੜ ਕੇ ਸਾਨੂੰ ਬਚਾ ਲਿਆ। ਜਿਵੇਂ ਭਾਈ ਜੋਗਾ, ਵੇਖੋ ਗੁਰੂ ਨਾ ਸਹਾਈ ਹੁੰਦਾ ਤੇ ਉਹ ਤੇ ਗਿਆ ਸੀ ਵਿਕਾਰਾਂ ਦੇ ਖੂਹ ਦੇ ਵਿੱਚ, ਪਰ ਗੁਰੂ ਨੇ ਰਹਿਮਤ ਕੀਤੀ, ਬਚਾ ਲਿਆ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਹਿੰਦੇ ਜਿਹੜੀ ਸਾਡੀ ਪਹਿਲਾਂ ਗੁਰੂ ਪ੍ਰਤੀ ਅਕਾਲ ਪੁਰਖ ਪ੍ਰਤੀ ਚੰਗੀ ਭਾਵਨਾ ਸੀ ਉਹ ਪ੍ਰਗਟ ਹੋ ਗਈ, ਜਾਂ ਚੰਗੇ ਕਰਮ ਪ੍ਰਗਟ ਹੋ ਗਏ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਪੂਰਬਲੇ ਚੰਗੇ ਭਾਗ ਕਰਮ ਪ੍ਰਗਟ ਹੁੰਦੇ ਨੇ, ਫਿਰ ਬੰਦਾ ਗੁਰ ਪਰਮੇਸ਼ਰ ਦੇ ਨਾਲ ਜੁੜਦਾ ਹੈ ਤੇ ਜਨਮਾਂ ਜਨਮਾਂਤਰਾਂ ਤੋਂ ਜੋ ਮਨ ਸੁਰਤ ਬਿਰਤੀ ਵਿਸ਼ਿਆਂ ਵਿਕਾਰਾਂ ਕਰਕੇ ਸੁੱਤੀ ਪਈ ਹੈ, ਉਹ ਜਾਗ ਪੈਂਦੀ ਹੈ। ਅਗਲੇ ਸ਼ਲੋਕ 'ਚ ਕਬੀਰ ਜੀ ਫਰਮਾਨ ਕਰਦੇ ਹਨ, ਕਬੀਰ ਟਾਲੈ ਟੋਲੈ ਦਿਨ ਗਿਆ, ਵਿਆਜ ਬੜੰਤੋ ਜਾਏ। ਹੁਣ ਜਿਵੇਂ ਕਿਸੇ ਬੰਦੇ ਨੇ ਕੁਝ ਕਰਜ਼ ਲਿਆ ਹੋਵੇ ਵਿਆਜ ਤੇ ਉਹ ਬੰਦਾ ਉਹ ਕਰਜ਼ ਅਦਾ ਕਰਨ ਵਾਪਸ ਕਰਨ ਨੂੰ ਟਾਲਦਾ ਰਵੇ ਤੇ ਕੀ ਹੋਵੇਗਾ? ਮੂਲ ਤਾਂ ਆਪਣੀ ਥਾਂ ਤੇ ਖੜਾ ਹੀ ਖੜਾ ਹੈ, ਨਾਲ ਦੀ ਨਾਲ ਵਿਆਜ ਵੀ ਦਿਨੋਂ ਦਿਨ ਵੱਧਦਾ ਜਾਣਾ। ਉਹ ਤਾਂ ਦਿਨਾਂ ਦੇ ਹਿਸਾਬ ਦੇ ਨਾਲ ਗਿਣਤੀ ਮਿਣਤੀ ਵੱਧਦੀ ਜਾਣੀ ਹੈ। ਤੇ ਹੁਣ ਕਈ ਲੋਕ ਜਿਹੜੇ ਵਕਤ ਸਿਰ ਕਰਜ਼ ਨਹੀਂ ਅਦਾ ਕਰਦੇ ਹਨ, ਲੋਨ ਨਹੀਂ ਚੁਕਾਉਂਦੇ ਹਨ, ਤੇ ਫਿਰ ਇੱਕ ਦਿਨ ਵੱਧਦਿਆਂ ਉਹ ਰਕਮ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਬੰਦੇ ਦੀ ਸਮਰੱਥਾ ਹੀ ਨਹੀਂ ਰਹਿੰਦੀ ਆ ਉਹਨੂੰ ਵਾਪਸ ਕਰ ਸਕੇ। ਕਬੀਰ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜੀਵਨ ਮਿਲਿਆ ਸੀ, ਅਕਾਲ ਪੁਰਖ ਵਾਹਿਗੁਰੂ ਨੇ ਇੱਕ ਜ਼ਿੰਮੇਵਾਰੀ ਲਗਾ ਕੇ ਇੱਕ ਮਕਸਦ ਦੇ ਲਈ ਸੰਸਾਰ ਅੰਦਰ ਭੇਜਿਆ। ਇੱਥੇ ਕਰਤੇ ਪੁਰਖ ਦੀ ਇਬਾਦਤ ਕਰਨੀ ਸੀ, ਪਰਮਾਤਮਾ ਦਾ ਸਿਮਰਨ ਕਰਨਾ ਸੀ, ਤੇ ਉਹ ਜਿਹੜਾ ਇੱਕ ਕਰਜ਼ ਸੀ ਉਹਨੂੰ ਚੁਕਾਉਣਾ ਸੀ। ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ਼ ਗੁਰੂ ਬਹੁ ਸਾਂਢੇ। ਉਹ ਕਰਜ਼ ਨੂੰ ਅਦਾ ਕਰਨਾ ਸੀ। ਜਿਹੜੀ ਸਵਾਸਾਂ ਰੂਪੀ ਪੂੰਜੀ ਵਾਹਿਗੁਰੂ ਨੇ ਸਾਨੂੰ ਬਖਸ਼ੀ ਸੀ, ਉਸ ਪੂੰਜੀ ਦੇ ਬਦਲੇ ਪਰਮਾਤਮਾ ਦਾ ਨਾਮ ਸਿਮਰਨ ਧਨ ਕਮਾਉਣਾ ਸੀ, ਤਾਂ ਕਿ ਉਹਦਾ ਕਰਜ਼ ਉਤਰਦਾ ਜਾਂਦਾ, ਵਾਹਿਗੁਰੂ ਦੀ ਬਖਸ਼ੀ ਅਮਾਨਤ ਅਸੀਂ ਉਤਾਰਦੇ ਰਹਿੰਦੇ। ਪਰ ਕਹਿੰਦੇ ਇੱਥੇ ਹੁੰਦਾ ਕੀ ਹੈ, ਬੰਦਾ ਟਾਲ ਮਟੋਲ ਕਰੀ ਜਾਂਦਾ ਹੈ, ਗੱਲਾਂ ਅੱਗੇ ਅੱਗੇ ਤੇ ਪਾਈ ਜਾਂਦਾ ਹੈ, ਤੇ ਇੱਦਾਂ ਫਿਰ ਟਾਲੈ ਟੋਲੈ ਦਿਨ ਗਿਆ। ਦਿਨ ਲੰਘਦੇ ਜਾਂਦੇ ਹਨ, ਸਮਾਂ ਅੱਗੇ ਲੰਘਦਾ ਜਾਂਦਾ ਹੈ ਤੇ ਵਿਆਜ ਵੱਧਦਾ ਜਾਂਦਾ ਹੈ। ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਇਹਨੇ ਪਰਮਾਤਮਾ ਦਾ ਸਿਮਰਨ ਮਨੁੱਖ ਨੇ ਨਹੀਂ ਕੀਤਾ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਚੋਟੀ ਕਾਲ ਗਹੀ। ਅਖੀਰ ਕਾਲ ਨੇ ਆ ਕੇ ਸਿਰ ਤੋਂ ਪਕੜ ਲਿਆ, ਚੱਲ, ਕਿਉਂਕਿ ਉਹਨੇ ਤੇ ਆਉਣਾ ਹੀ ਆਉਣਾ ਸੀ। ਇਹ ਤੇ ਮਨੁੱਖ ਦੇ ਉੱਤੇ ਸੀ ਕਿ ਇਦੋਂ ਪਹਿਲਾਂ ਕਾਲ ਆ ਕੇ ਇਹਨੂੰ ਫੜਦਾ। ਜਿਹੜਾ ਇਹਦੇ ਸਿਰ ਉਹ ਕਰਜ਼ ਸੀ, ਜਾਂ ਜਿਹੜੀ ਇਹਦੇ ਜੀਵਨ ਦੀ ਜ਼ਿੰਮੇਵਾਰੀ ਸੀ, ਮਕਸਦ ਸੀ, ਮਨੋਰਥ ਸੀ, ਉਹਨੂੰ ਬੰਦਾ ਪੂਰੀਆਂ ਕਰ ਲੈਂਦਾ। ਪਰ ਮਨ ਕੀ ਮਨ ਹੀ ਮਾਹੇ ਰਹੀ। ਬੰਦੇ ਨੇ ਸੋਚਿਆ ਤੇ ਜ਼ਰੂਰ ਕਿ ਮੈਂ ਰੱਬ ਨੂੰ ਜਪਾਂਗਾ, ਧਿਆਵਾਂਗਾ, ਸਿਮਰਨ ਕਰਾਂਗਾ, ਪਰ ਕੀਤਾ ਨਾ, ਬਸ ਗੱਲਾਂ ਸੋਚਾਂ ਦੇ ਵਿੱਚ ਹੀ ਰਹਿ ਗਈਆਂ। ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਚੋਟੀ ਕਾਲ ਗਹੀ। ਮਹਾਰਾਜ ਕਹਿੰਦੇ ਇੱਦਾਂ ਹੀ ਜੀਵਨ ਲੰਘ ਗਿਆ ਤੇ
ਕਾਲ ਪਹੁੰਚਿਓ ਆਏ। ਜਿਹੜਾ ਕਰਮਾਂ ਦਾ ਲੇਖਾ ਪਾੜ ਕੇ ਮੁੱਖ ਉਜਲਾ ਲੈ ਕੇ ਰੱਬ ਦੀ ਦਰਗਾਹ 'ਚ ਸੁਰਖਰੂ ਹੋਣਾ ਸੀ, ਉੱਦਾਂ ਦਾ ਇਹਨੇ ਕੋਈ ਕਰਮ ਨਹੀਂ ਕੀਤਾ। ਤੇ ਉਹਦੇ ਨਾਲ ਫਿਰ ਕੀ ਹੁੰਦਾ ਹੈ? ਚੱਲਿਓ ਜਵਾਰੀ ਦੋਏ ਕਰ ਝਾੜ, ਇਹ ਜੀਵ ਰੂਪੀ ਜਵਾਰੀ ਦੋਵੇਂ ਹੱਥ ਝਾੜ, ਖਾਲੀ ਸੰਸਾਰ ਤੋਂ ਜਾਂਦਾ। ਜਿਹੜੀ ਸਿਮਰਨ ਦੀ ਕਮਾਈ ਨਾਲ ਖੜਨੀ ਸੀ ਉਹ ਤੇ ਨਹੀਂ ਹੈ, ਉਲਟਾ ਵਿਕਾਰਾਂ ਦਾ, ਪਾਪਾਂ ਦਾ, ਬੁਰਾਈਆਂ ਦਾ ਬੋਝ ਜ਼ਰੂਰ ਇਹਦੇ ਸਿਰ ਤੇ ਹੈ। ਔਰ ਨਾਨਕ ਅਵਗਣ ਜੇਤੜੇ ਤੇ ਗਲੀ ਜੰਜੀਰ, ਜਿੰਨੇ ਜਿੰਨੇ ਅਵਗਣ ਕਮਾਉਂਦਾ ਗਿਆ ਓਨੀਆਂ ਓਨੀਆਂ ਜੰਜੀਰਾਂ ਵੱਧਦੀਆਂ ਗਈਆਂ। ਸੋ ਇਹਨਾਂ ਬਚਨਾਂ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਜੇ ਜੀਵਨ ਨੂੰ ਸਫਲ ਬਣਾਉਣਾ ਹੈ ਤੇ ਉਹਦਾ ਫਿਰ ਇੱਕੋ ਇੱਕ ਸੂਤਰ ਧਾਰ ਹੈ, ਪਰਮਾਤਮਾ ਦਾ ਸਿਮਰਨ, ਕਰਤੇ ਪੁਰਖ ਦਾ ਭਜਨ, ਇਬਾਦਤ। ਜੋ ਕੁੱਲ ਬਾਣੀ 'ਚੋਂ ਸਤਿਗੁਰੂ ਜੀ ਕਹਿੰਦੇ ਹਨ, ਕਉ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ। ਬਾਕੀ ਤਾਂ ਜਿੰਨੇ ਮਰਜ਼ੀ ਕੋਈ ਕਰਮ ਕਾਂਡ ਕਰਦਾ ਰਵੇ, ਪਰ ਅਖੀਰ ਛੁਟਕਾਰਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਦੇ ਸਹਾਰੇ ਹੀ ਹੋਣਾ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਜਾਂ ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ, ਇਹ ਉਰੈ ਮੂਸੈ। ਮਹਾਰਾਜ ਕਹਿੰਦੇ ਬਾਕੀ ਚੀਜ਼ਾਂ ਤੇ ਰਸਤੇ 'ਚ ਹੀ ਖੋਹ ਲਈਆਂ ਜਾਂਦੀਆਂ ਹਨ। ਜੇ ਕੋਈ ਵਾਕਿਆ ਤੇਰੀ ਜਿੰਦ, ਤੇਰੀ ਆਤਮਾ ਦਾ ਸਾਥੀ ਬਣ ਕੇ ਅੱਗੇ ਤੇਰੇ ਨਾਲ ਨਿਭਦਾ ਹੈ, ਉਹ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਹੈ, ਭਜਨ ਹੈ, ਇਬਾਦਤ ਹੈ, ਉਹਦੇ ਤੋਂ ਬਿਨਾਂ ਹੋਰ ਕੁਝ ਨਹੀਂ। ਤੇ ਹੁਣ ਜਿਹੜੀ ਚੀਜ਼ ਨੇ ਅੱਗੇ ਨਾਲ ਨਿਭਣਾ ਸੀ ਉਹ ਤੇ ਮਨੁੱਖ ਨੇ ਕਮਾਈ ਨਹੀਂ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਏਗਾ। ਮਹਾਰਾਜ ਕਹਿੰਦੇ ਜੇ ਇਹ ਚੀਜ਼ ਨਾ ਕਮਾਈ ਤੇ ਅੱਗੇ ਜਾ ਕੇ ਜਮਾਂ ਦੀਆਂ ਚੋਟਾਂ ਤੈਨੂੰ ਖਾਣੀਆਂ ਪੈਣੀਆਂ ਹੀ। ਇਸ ਕਰਕੇ ਸਮਝ ਸੁਚੇਤ ਹੋ, ਉਹ ਕਮਾਈ ਕਰ ਜਿਹੜੀ ਕਮਾਈ ਤੇਰੇ ਪਰਲੋਕ ਨੂੰ ਸੁਹੇਲਾ ਬਣਾਉਣ ਵਾਲੀ ਹੈ। ਇਦੋਂ ਅਗਲੇ ਸ਼ਲੋਕ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਹ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਹੀ ਕੁਝ ਸ਼ਲੋਕਾਂ ਦੀਆਂ ਵਿਚਾਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਵਿਸਥਾਰ ਦਿੰਦਿਆਂ ਹੋਇਆਂ ਤੇ ਨਾਲ ਦੀ ਨਾਲ ਕੁਝ ਸ਼ਲੋਕ ਉਚਾਰਨ ਕੀਤੇ ਹਨ। ਤੇ ਜਿੱਥੇ ਵੀ ਗੁਰੂ ਸਾਹਿਬ ਦੇ ਉਚਾਰਨ ਕੀਤੇ ਸ਼ਲੋਕ ਨੇ ਉੱਥੇ ਨਾਲ ਸਰਲੇਖ ਜ਼ਰੂਰ ਲਿਖਿਆ ਹੈ। ਇੱਥੇ ਵੀ ਮਹੱਲਾ ਪੰਜਵਾਂ ਸਰਲੇਖ ਆਇਆ ਹੈ। ਜੋ ਵਿਚਾਰਾਂ ਪਿਛਲੇ ਸ਼ਲੋਕਾਂ 'ਚ ਕਬੀਰ ਸਾਹਿਬ ਜੀ ਨੇ ਦਿੱਤੀਆਂ ਉਸੇ ਦੀ ਗੱਲ ਅੱਗੇ ਕਰਦਿਆਂ ਹੋਇਆਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲੇ ਸ਼ਲੋਕਾਂ 'ਚ ਕੁਝ ਵਿਆਖਿਆ ਕਰਦਿਆਂ ਵਿਚਾਰਾਂ ਸਾਨੂੰ ਸਮਝਾ ਰਹੇ ਨੇ। ਮਹੱਲਾ ਪੰਜਵਾਂ ਦਾ ਭਾਵ ਇਹ ਪੰਜਵੇਂ ਸਰੀਰ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਦੇ ਪੰਜਵੇਂ ਮਾਲਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ ਹੈ। ਗੁਰੂ ਗ੍ਰੰਥ ਸਾਹਿਬ ਜੀ 'ਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਔਰ ਜਿਹੜੇ ਗੁਰੂ ਸਾਹਿਬ ਦੀ ਬਾਣੀ ਹੈ ਉਹ ਬਾਣੀ ਤੋਂ ਪਹਿਲਾਂ ਇੱਦਾਂ ਸਰਲੇਖ ਲਿਖੇ ਹੋਏ ਨੇ ਜਿਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਿਹੜੀ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਔਰ ਵੇਖੋ ਜਿਵੇਂ ਆਪਾਂ ਬਿਲਕੁਲ ਆਰੰਭ 'ਚ ਬੱਚੇ ਨੂੰ ਫੜ ਲਓ ਜੀ ਪਲੀਜ਼, ਬੱਚਾ ਫੜੋ। ਜਿਵੇਂ ਅਸੀਂ ਆਰੰਭ 'ਚ ਮੂਲ ਮੰਤਰ ਪੜ੍ਹਦੇ ਹਾਂ, ਇੱਕ ਚੀਜ਼ ਜਿਹੜੀ ਸਤਿਗੁਰੂ ਨੇ ਨਾਲ ਦੀ ਨਾਲ ਸਾਨੂੰ ਸਮਝਾਈ ਵੀ ਹੈ ਕਿ ਸ਼ਬਦਾਂ ਦਾ ਉਚਾਰਨ ਕਿੱਦਾਂ ਕਰਨਾ ਹੈ। ਜਿਹੜੇ ਗਿਣਤੀ ਦੇ ਅੱਖਰ ਵੀ ਆਏ ਹਨ, ਸ਼ਬਦ ਆਏ ਨੇ, ਉਹਨਾਂ ਦਾ ਉਚਾਰਨ ਕਿੱਦਾਂ ਕਰਨਾ ਹੈ। ਜਿਵੇਂ ਆਪਾਂ ਆਰੰਭ 'ਚ ਪੜ੍ਹਦੇ ਹਾਂ ਮੂਲ ਮੰਤਰ, ਤੇ ਮੂਲ ਮੰਤਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਇੱਕ ਓੰਕਾਰ ਤੋਂ। ਜਿਵੇਂ ਉਹ ਸਾਹਮਣੇ ਲਿਖਿਆ ਹੈ ਇੱਕ, ਹੁਣ ਉਹ ਇੱਕ ਲਿਖਿਆ ਹੈ, ਉਹਦੇ ਤੋਂ ਬਿਨਾਂ ਜਦੋਂ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ਼ਬਦ ਆਉਂਦੇ ਹਨ ਉੱਥੇ ਵੀ ਬਿਲਕੁਲ ਇਸੇ ਤਰ੍ਹਾਂ ਇੱਕ ਲਿਖਿਆ ਹੈ। ਹਿਸਾਬ ਦੇ ਪੰਜਾਬੀ ਭਾਸ਼ਾ ਦੀ ਜੋ ਗਿਣਤੀ ਹੈ ਉਹਦੇ ਮੁਤਾਬਕ ਇੱਕ ਲਿਖਿਆ ਹੋਇਆ ਹੈ। ਪਰ ਉੱਥੇ ਹੁਣ ਅਸੀਂ ਇੱਕ ਨਹੀਂ ਪੜ੍ਹਨਾ, ਉੱਥੇ ਉਹਨੂੰ ਅਸੀਂ ਪਹਿਲਾ ਪੜ੍ਹਨਾ ਹੈ। ਉੱਥੇ ਇੱਕ ਨਹੀਂ ਪੜ੍ਹਦੇ ਹਾਂ ਕਿ ਆਸਾ ਮਹੱਲਾ ਇੱਕ ਜਾਂ ਸੂਈ ਮਹੱਲਾ ਇੱਕ ਨਹੀਂ, ਸ੍ਰੀ ਰਾਗ ਮਹੱਲਾ ਇੱਕ ਨਹੀਂ ਪੜ੍ਹਦੇ, ਉਹ ਪਹਿਲਾ ਪੜ੍ਹਦੇ ਹਾਂ।
ਹੁਣ ਜੇ ਕੋਈ ਇਹ ਕਵੇ ਜੀ ਇੱਕ ਥਾਂ ਤੇ ਉਸੇ ਨੂੰ ਅਸੀਂ ਇੱਕ ਪੜ੍ਹ ਰਹੇ ਹਾਂ ਤੇ ਵੈਸੇ ਵੀ ਇੱਕ ਹੀ ਕਹਿੰਦੇ ਹਾਂ, ਇੱਥੇ ਪਹਿਲਾਂ ਕਿਉਂ ਪੜ੍ਹਦੇ ਹਾਂ, ਇੱਥੇ ਕਿਉਂ ਨਹੀਂ ਇੱਕ ਪੜ੍ਹਦੇ ਹਾਂ? ਉਹਦਾ ਫਿਰ ਉੱਤਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਚੋਂ ਮਿਲਦਾ ਹੈ, ਕਿਉਂਕਿ ਸਤਿਗੁਰੂ ਨੇ ਸਾਨੂੰ ਦੱਸਿਆ ਹੈ ਕਿ ਇਹਨੂੰ ਪਹਿਲਾਂ ਪੜ੍ਹਨਾ ਹੈ, ਤੇ ਉਹ ਵੀ ਸ੍ਰੀ ਰਾਗ ਦੇ ਪਹਿਲੇ ਸ਼ਬਦ ਦੇ ਵਿੱਚ ਹੀ ਗੁਰੂ ਮਹਾਰਾਜ ਨੇ ਉਹ ਚੀਜ਼ ਦੱਸ ਦਿੱਤੀ ਕਿ ਇਹਦਾ ਉਚਾਰਨ ਕੀ ਕਰਨਾ ਹੈ। ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਉੱਥੇ ਪਹਿਲਾਂ ਇਹ ਜਿੱਦਾਂ ਇੱਕ ਗਿਣਤੀ ਦਾ ਹੈ ਉੱਦਾਂ ਇੱਕ ਲਿਖਿਆ ਹੈ, ਉਹਦੇ ਨਾਲ ਅੱਗੇ ਪਹਿਲਾ ਪੰਜਾਬੀ ਦੇ ਵਿੱਚ ਵੀ ਪੱਪਾ ਹਾਹੇ ਨੂੰ ਸਿਹਾਰੀ ਤੇ ਲੱਲਾ ਨੂੰ ਕੰਨਾ ਲਿਖਿਆ ਹੋਇਆ ਹੈ, ਜਿਹਦਾ ਭਾਵ ਇਹ ਹੈ ਕਿ ਇੱਥੇ ਮੂਲ ਮੰਤਰ ਦੀ ਤਰ੍ਹਾਂ ਜਿਵੇਂ ਉੱਥੇ ਇੱਕ ਓੰਕਾਰ ਪੜ੍ਹਦੇ ਹਾਂ, ਇਹਨੂੰ ਇੱਕ ਪੜ੍ਹਿਆ ਹੈ, ਇੱਥੇ ਇੱਕ ਨਹੀਂ ਪੜ੍ਹਨਾ ਹੈ, ਇੱਥੇ ਪਹਿਲਾ ਪੜ੍ਹਨਾ ਹੈ। ਉਹਦੇ ਤੋਂ ਬਿਨਾਂ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਕਿੰਨੇ ਸ਼ਬਦ ਹਨ ਜਿੱਥੇ ਤੀਜਾ ਵੀ ਨਾਲ ਦੀ ਨਾਲ ਤਿੰਨ ਤੋਂ ਅੱਗੇ ਤੀਜਾ ਪੰਜਾਬੀ 'ਚ ਲਿਖਿਆ ਹੈ, ਚੌਥਾ ਲਿਖਿਆ ਹੈ, ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹਦਾ ਉਚਾਰਨ 3 ਜਾਂ 4 ਇੱਦਾਂ ਨਹੀਂ ਕਰਨਾ, ਉਹ ਪਹਿਲਾ ਦੂਜੇ ਦੇ ਹਿਸਾਬ ਦੇ ਨਾਲ ਕਰਨਾ ਹੈ। ਸੋ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਸਾਨੂੰ ਉਹ ਸ਼ਬਦ ਕਿੱਦਾਂ ਪੜ੍ਹਨੇ ਹਨ, ਅੱਖਰ ਕਿੱਦਾਂ ਪੜ੍ਹਨੇ ਨੇ, ਉਹ ਵੀ ਸੇਧਾਂ ਮਹਾਰਾਜ ਨੇ ਅਗਵਾਈ ਸਾਡੀ ਨਾਲ ਦੀ ਨਾਲ ਕੀਤੀ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਹੈ ਇਹ ਸ਼ਲੋਕ, ਪਰ ਕਿਉਂਕਿ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਹੀ ਇਹ ਸ਼ਲੋਕ ਹੈ, ਇਸ ਕਰਕੇ ਮਹਾਰਾਜ ਨੇ ਸ਼ਬਦ ਨਾਨਕ ਨਹੀਂ ਵਰਤਿਆ ਹੈ, ਸ਼ਬਦ ਕਬੀਰ ਹੀ ਵਰਤਿਆ ਹੈ, ਪਰ ਸਰਲੇਖ 'ਚ ਜ਼ਰੂਰ ਦੱਸ ਦਿੱਤਾ ਕਿ ਇਹ ਸ਼ਲੋਕ ਪੰਚਮ ਪਾਤਸ਼ਾਹ ਦਾ ਹੈ। ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠ ਧਾਏ। ਕਬੀਰ ਸਾਹਿਬ ਇੱਕ ਕੂਕਰ ਦੀ ਲੋਭ ਵਸ ਇੱਕ ਕੁੱਤੇ ਦੀ ਜਿਹੜੀ ਹਾਲਤ ਹੁੰਦੀ ਹੈ ਉਹ ਦੱਸਦੇ ਹਨ ਕਿ ਉਹ ਬਹੁਤ ਭੌਂਕਦਾ ਹੈ, ਤੇ ਕੋਈ ਮਰਿਆ ਪਸ਼ੂ ਹੋਵੇ, ਜਾਨਵਰ ਹੋਵੇ, ਕਿਸੇ ਜਾਨਵਰ ਪਸ਼ੂ ਦੀ ਹੱਡੀ ਹੈ ਤੇ ਉਹ ਉਹਦੇ ਮਗਰ ਭੌਂਕਦਾ ਤੇ ਉਹਨੂੰ ਫੜ ਲੈਂਦਾ ਹੈ, ਫਿਰ ਚਿੱਥਦਾ ਰਹਿੰਦਾ ਹੈ। ਤੇ ਉਹ ਜਿਵੇਂ ਕਹਿੰਦੇ ਵੀ ਹਨ ਕਿ ਕੀ ਹੁੰਦਾ ਹੈ, ਸੁੱਕੀ ਹੋਈ ਹੱਡੀ ਵੀ ਕਿਸੇ ਜਾਨਵਰ ਦੀ ਹੋਵੇ, ਕੁੱਤਾ ਉਹਨੂੰ ਵੀ ਮੂੰਹ 'ਚ ਪਾ ਕੇ ਚਿੱਥਦਾ ਰਹਿੰਦਾ ਹੈ। ਤੇ ਹੁੰਦਾ ਕੀ ਆ, ਉਹ ਹੱਡੀ ਬਹੁਤ ਸੁੱਕ ਚੁੱਕੀ ਹੁੰਦੀ ਹੈ, ਉਹਦੇ 'ਚੋਂ ਕੁਝ ਨਹੀਂ ਨਿਕਲਦਾ ਹੈ ਜਦੋਂ ਉਹ ਉਹਨੂੰ ਚਬਾਉਂਦਾ ਹੈ, ਪਰ ਉਹ ਹੱਡੀ ਉਹਦੇ ਆਪਣੇ ਮੂੰਹ 'ਚ ਚੁੱਭਦੀ ਹੈ ਤੇ ਵਿੱਚੋਂ ਮੂੰਹ 'ਚੋਂ ਖੂਨ ਨਿਕਲਦਾ, ਉਹਨੂੰ ਲੱਗਦਾ ਸ਼ਾਇਦ ਇਸ ਹੱਡੀ 'ਚੋਂ ਖੂਨ ਨਿਕਲਦਾ ਪਿਆ, ਉਹਨੂੰ ਹੋਰ ਚਬਾਉਂਦਾ ਹੈ। ਲੋਭ ਵਸ ਹੋਇਆ, ਲਾਲਚ ਵਸ ਹੋਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਬੀਰ ਕੂਕਰ ਭੌਂਕਣਾ ਕੁਰੰਗ ਪਿੱਛੇ ਉੱਠ ਧਾਏ। ਇਸੇ ਤਰ੍ਹਾਂ ਜਿਨ੍ਹਾਂ ਦੀ ਬਿਰਤੀ ਕੂਕਰ ਵਰਗੀ ਲੋਭੀ ਤੇ ਲਾਲਚੀ ਬਿਰਤੀ ਹੈ, ਜਿਵੇਂ ਕੁੱਤਾ ਹੁਣ ਮੁਰਦਾਰ ਦੇ ਪਿੱਛੇ, ਮਰੇ ਹੋਏ ਜੀਵ ਦੇ ਪਿੱਛੇ ਉਹਦਾ ਮਾਸ ਖਾਣ, ਉਹਦੀਆਂ ਹੱਡੀਆਂ ਨੂੰ ਚੂਸਣ ਵਾਲੇ ਪਾਸੇ ਭਟਕਦਾ ਹੈ, ਇਸੇ ਤਰ੍ਹਾਂ ਜਿਸ ਮਨੁੱਖ ਦੀ ਲੋਭੀ ਬਿਰਤੀ ਹੈ, ਬਾਣੀ 'ਚ ਮੁਰਦਾਰ ਕਿਹਾ ਗਿਆ ਹੈ ਬੇਈਮਾਨੀ ਦੀ ਕਮਾਈ ਨੂੰ, 2 ਨੰਬਰ ਦੀ ਕਮਾਈ ਨੂੰ, ਜਿਹਦੇ ਬਾਰੇ ਮਹਾਰਾਜ ਜੀ ਦੇ ਬਚਨ ਵੀ ਹਨ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਮਾਰਨਾ ਇੱਕ ਹਿੰਦੂ ਦੇ ਲਈ ਗਾਂ ਖਾਣ ਦੇ ਬਰਾਬਰ ਹੈ, ਕਿਉਂਕਿ ਹਿੰਦੂ ਗਾਂ ਨਹੀਂ ਖਾਂਦੇ ਹਨ, ਹੋਰ ਜਿਹੜੇ ਮਰਜ਼ੀ ਜਾਨਵਰ ਦਾ ਮਾਸ ਖਾ ਲੈਣ ਪਰ ਗਾਂ ਨਹੀਂ, ਗਾਂ ਦੀ ਤੇ ਪੂਜਾ ਕਰਦੇ ਨੇ। ਮਹਾਰਾਜ ਕਹਿੰਦੇ ਜੇ ਤੂੰ ਪਰਾਇਆ ਹੱਕ ਖਾ ਰਿਹਾ ਹੈ ਤੇ ਹਿੰਦੂ ਹੈ ਤੇ ਇਹਦਾ ਸਮਝ ਤੂੰ ਗਾਂ ਦਾ ਮਾਸ ਖਾ ਰਿਹਾ ਹੈ। ਤੇ ਮੁਸਲਮਾਨ ਸੂਰ ਨਹੀਂ ਖਾਂਦੇ ਨੇ, ਉਹਨੂੰ ਮਹਾਰਾਜ ਕਹਿੰਦੇ ਜੇ ਤੂੰ ਪਰਾਇਆ ਹੱਕ ਖਾਂਦਾ ਪਿਆ ਹੈ ਤੇ ਸਮਝ ਸੂਰ ਦਾ ਮਾਸ ਖਾ ਰਿਹਾ ਹੈ, ਇਸ ਕਰਕੇ ਪਰਾਇਆ ਹੱਕ ਨਾ ਖਾਈ, ਨਹੀਂ ਤੇ ਆਪਣੇ ਧਰਮ ਤੋਂ ਜਾਏਗਾ। ਤੇ ਸਾਡੇ ਲਈ ਵੀ ਮਹਾਰਾਜ ਨੇ ਕਿਹਾ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਗੁਰੂ ਨੇ ਤਾਂ ਤੇਰੀ ਹਾਮਾ ਭਰਨੀ ਹੈ। ਇਹ ਨਹੀਂ ਕਿ ਅਸੀਂ ਜੋ ਮਰਜ਼ੀ ਕਰੀ ਜਾਈਏ ਤੇ ਨਾਲ ਕਹੀ ਜਾਈਏ ਜੀ ਗੁਰੂ ਦੇ ਸਿੱਖ ਹਾਂ ਤੇ ਗੁਰੂ ਸਾਡੀ ਬਾਂਹ ਫੜੇਗਾ। ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ, ਗੁਰੂ ਤਾਂ ਸਾਡੀ ਹਾਮੀ ਭਰਨਗੇ, ਬਾਂਹ ਫੜਨਗੇ ਜੇ ਅਸੀਂ ਪਰਾਇਆ ਹੱਕ ਨਹੀਂ ਖਾਂਦੇ ਹਾਂ। ਕਬੀਰ ਸਾਹਿਬ ਕਹਿੰਦੇ ਹੁਣ ਲਾਲਚੀ ਬਿਰਤੀ ਕਰਕੇ ਬੰਦਾ ਮੁਰਦਾਰ ਪਿੱਛੇ, ਪਰਾਏ ਹੱਕ ਪਿੱਛੇ ਭਟਕਦਾ ਫਿਰਦਾ ਹੈ, ਪਰ ਕਹਿੰਦੇ ਅਸੀਂ ਬਚ ਗਏ ਹਾਂ। ਬਚੇ ਕਿੱਦਾਂ ਹਾਂ? ਗੁਰੂ ਦੀ ਕਿਰਪਾ ਸਦਕਾ। ਕਰਮੀ ਸਤਿਗੁਰ ਪਾਇਆ ਜਿਨ ਹੋਂ ਲਿਆ ਛਡਾਏ। ਕਹਿੰਦੇ ਚੰਗੇ ਭਾਗਾਂ ਸਦਕਾ ਸਾਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੋ ਗਿਆ ਤੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਲਾਲਚੀ ਬਿਰਤੀ ਤੋਂ ਤੇ ਬੇਈਮਾਨੀ ਦੀ ਕਮਾਈ ਖਾਣ ਤੋਂ ਸਾਨੂੰ ਗੁਰੂ ਨੇ ਕਿਰਪਾ ਕਰਕੇ ਬਚਾ ਲਿਆ, ਕਿਉਂਕਿ ਗੁਰੂ ਨੇ ਦੱਸ ਦਿੱਤਾ ਕਿ ਇਹ ਕਮਾਈ ਤੂੰ ਨਹੀਂ ਖਾਣੀ ਹੈ,
ਤੂੰ ਈਮਾਨ ਦੇ ਨਾਲ ਕਿਰਤ ਕਰਕੇ ਤੇ ਉਹਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਨਿਰਵਾਹ ਕਰਨਾ ਹੈ। ਮਹਾਰਾਜ ਦੇ ਬਚਨ ਹਨ, ਜੇ ਰਤ ਲੱਗੇ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਜਿਹੜੇ ਦਿਨ ਰਾਤ ਮਨੁੱਖਤਾ ਦਾ ਖੂਨ ਪੀਣ ਤੇ ਲੱਗੇ ਨੇ ਉਹ ਵੀ ਨਿਰਮਲ ਨਾ ਸਮਝੋ, ਉਹਨਾਂ ਨੂੰ ਮੈਲੇ ਚਿੱਤ ਵਾਲੇ ਹਨ। ਹੁਣ ਅਗਲਾ ਸ਼ਲੋਕ ਫੇਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਹੈ, ਮਹੱਲਾ ਪੰਜਵਾਂ। ਇਸ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ, ਕੋਈ ਬੰਦਾ ਬਹੁਤ ਵਿਕਾਰੀ ਬਿਰਤੀ ਵਾਲਾ, ਪਾਪੀ ਬਿਰਤੀ ਵਾਲਾ, ਜ਼ਾਲਮ ਬਿਰਤੀ ਵਾਲਾ ਹੋਵੇ ਤੇ ਆ ਜਾਵੇ ਗੁਰੂ ਦੀ ਸੰਗਤ 'ਚ। ਉਹ ਜਗ੍ਹਾ ਜਿਹੜਾ ਪਾਕ ਪਾਵਨ ਅਸਥਾਨ ਹੈ, ਸਾਧ ਸੰਗਤ ਅਸਥਾਨ, ਜਗਮਗ ਨੂਰ ਹੈ, ਪਾਵਨ ਅਸਥਾਨ, ਪਵਿੱਤਰ ਅਸਥਾਨ। ਹੁਣ ਸਭ ਤੋਂ ਉੱਤਮ ਅਸਥਾਨ ਤੇ ਆਪਾਂ ਗੁਰੂ ਸੰਗਤ ਨੂੰ ਹੀ ਮੰਨਦੇ ਹਾਂ, ਗੁਰੂ ਦੀ ਹਜ਼ੂਰੀ ਨੂੰ। ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ। ਹੁਣ ਕਬੀਰ ਸਾਹਿਬ ਕਹਿੰਦੇ ਧਰਤੀ ਤੇ ਹੈ ਇਹ ਸਾਧ ਦੀ, ਭਲਿਆਂ ਪੁਰਖਾਂ ਦੀ ਜਗ੍ਹਾ, ਜਿੱਥੇ ਗੁਰੂ ਦੇ ਪਿਆਰੇ ਜੁੜਦੇ ਨੇ, ਸਤ ਸੰਗੀ ਜੁੜਦੇ ਨੇ, ਨਾਮ ਦੇ ਅਭਿਆਸੀ ਜੁੜਦੇ ਨੇ, ਗੁਰੂ ਪ੍ਰਤੀ ਜਿਨ੍ਹਾਂ ਦੇ ਮਨ ਅੰਦਰ ਭਾਵਨਾ, ਪ੍ਰੀਤ, ਪ੍ਰਤੀਤ, ਸ਼ਰਧਾ ਹੈ, ਉਹ ਜੁੜਦੇ ਹਨ, ਸਤ ਦੇ ਧਾਰਨੀ। ਪਰ ਤਸਕਰ ਬੈਸੈ ਗਾਹੇ, ਤੇ ਜੇ ਕੋਈ ਤਸਕਰ ਬਿਰਤੀ ਵਾਲਾ, ਪਾਪੀ ਤਸਕਰ ਦਾ ਵੈਸੇ ਅਰਥ ਹੈ ਚੋਰ, ਜੇ ਕੋਈ ਚੋਰ ਵੀ ਸਤ ਸੰਗਤ ਦੇ ਵਿੱਚ ਪਹੁੰਚ ਜਾਏ ਤੇ ਕਬੀਰ ਸਾਹਿਬ ਕਹਿੰਦੇ ਸੰਗਤ ਨੂੰ ਉਹਦੇ ਆਉਣ ਦੇ ਨਾਲ ਕੋਈ ਫਰਕ ਨਹੀਂ ਜੇ ਪੈਂਦਾ, ਸੰਗਤ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਇਸ ਧਰਤੀ ਨੂੰ ਉਹਦੇ ਆਉਣ ਦੇ ਨਾਲ ਵੀ ਕੋਈ ਬੋਝ ਨਹੀਂ ਪੈਂਦਾ, ਭਾਰ ਨਹੀਂ ਪੈਂਦਾ, ਬਲਕਿ ਉਹ ਜ਼ਰੂਰ ਉਲਟਾ ਇੱਥੋਂ ਕੁਝ ਨਾ ਕੁਝ ਖੱਟ ਕੇ ਲੈ ਜਾਂਦਾ ਹੈ। ਧਰਤੀ ਭਾਰ ਨਾ ਵਿਆਪਈ ਉਹਨੂੰ ਕੋ ਲਾਹੂ ਲਾਹੇ, ਉਹਨੂੰ ਜ਼ਰੂਰ ਕੋਈ ਨਾ ਕੋਈ ਲਾਹਾ ਲਾਭ ਪ੍ਰਾਪਤ ਹੋ ਜਾਂਦਾ। ਕੋਈ 2 ਘੜੀਆਂ ਬੈਠਾ, ਕੋਈ ਗੁਰੂ ਦੀ ਗੱਲ ਉਹਦੇ ਕੰਨਾਂ 'ਚ ਪਈ, ਕੋਈ ਗੁਰੂ ਦਾ ਸ਼ਬਦ ਉਹਦੇ ਕੰਨਾਂ 'ਚ ਪਿਆ, ਕੋਈ ਚੰਗੀ ਵਿਚਾਰ ਉਹਦੇ ਕੰਨਾਂ 'ਚ ਪਈ। ਧਰਤੀ ਨੂੰ, ਸੰਗਤ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪਿਆ, ਪਰ ਉਹਨੂੰ ਜ਼ਰੂਰ ਸੰਗਤ 'ਚ ਆਉਣ ਦਾ ਲਾਹਾ ਫਰਕ ਪੈ ਗਿਆ। ਜਿਵੇਂ ਭਾਈ ਬੀਧੀ ਚੰਦ ਚੋਰ ਹੀ ਸਨ, ਗੁਰਸੰਗਤ ਦੇ ਵਿੱਚ ਆਏ, ਉਹਨਾਂ ਤੇ ਐਸਾ ਕਮਾਲ ਦਾ ਪ੍ਰਭਾਵ ਪਿਆ ਕਿ ਉਹ ਖੋਟੇ ਤੋਂ ਖਰੇ ਹੀ ਬਣ ਗਏ ਤੇ ਚੋਰੀਆਂ ਛੱਡ ਕੇ ਤੇ ਗੁਰੂ ਦੇ ਸਿਦਕੀ ਸਿੱਖ ਬਣ ਗਏ। ਇੱਕ ਜਿਹੜਾ ਆਪਾਂ ਕਬੀਰ ਸਾਹਿਬ ਜੀ ਦਾ ਪਹਿਲਾ ਸ਼ਲੋਕ ਉਹ ਵਿਚਾਰਿਆ ਵੀ ਹੈ, ਚੰਦਨ ਦੇ ਦਰਖਤ ਨੂੰ ਉਹ ਸੱਪ ਲਪੇਟੇ ਮਾਰ ਕੇ ਰੱਖਦੇ ਹਨ, ਕਿਉਂਕਿ ਸੱਪ ਦੇ ਅੰਦਰ ਵਿਸ਼ ਹੈ, ਉਹਦੀ ਤਪਸ਼ ਕਰਕੇ ਉਹ ਜਲਨ ਮਹਿਸੂਸ ਕਰਦਾ ਹੈ ਤੇ ਉਹਦੇ ਤੋਂ ਜਲਨ ਤੋਂ ਮੁਕਤੀ ਹਾਸਲ ਕਰਨ ਦੇ ਲਈ, ਆਪਣੇ ਅੰਦਰ ਨੂੰ ਠੰਡਾ ਠਾਰ ਕਰਨ ਦੇ ਲਈ ਉਹ ਐਨ ਬਰਫ਼ ਵਰਗੇ ਜਿਹੜੇ ਚੰਦਨ ਦੇ ਠੰਡੇ ਦਰਖਤ ਹੁੰਦੇ ਨੇ ਉਹਨਾਂ ਨੂੰ ਲਪੇਟੇ ਮਾਰ ਕੇ ਰੱਖਦਾ ਹੈ। ਉੱਥੇ ਵੀ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਵੇਖੋ ਉਹ ਚੰਦਨ ਦਾ ਦਰਖਤ, ਉਹਨੂੰ ਤਪੇ ਹੋਏ ਅੰਦਰ ਤੋਂ ਸੜ ਰਹੇ ਸੱਪਾਂ ਨੇ ਲਪੇਟੇ ਮਾਰੇ ਹਨ, ਪਰ ਇੱਦਾਂ ਨਹੀਂ ਹੈ ਕਿ ਕਿੰਨੇ ਸੱਪਾਂ ਨੇ ਉਹਨਾਂ ਨੂੰ ਲਪੇਟੇ ਮਾਰੇ ਨੇ ਤੇ ਚੰਦਨ ਗਰਮ ਹੋ ਗਿਆ ਹੋਵੇ। ਚੰਦਨ ਫੇਰ ਠੰਡੇ ਦਾ ਠੰਡਾ ਹੀ ਰਹਿੰਦਾ ਹੈ, ਬਲਕਿ ਸੱਪ ਨੂੰ ਜ਼ਰੂਰ ਉਹਦਾ ਅਸਰ ਪ੍ਰਾਪਤ ਹੁੰਦਾ ਹੈ ਤੇ ਸੱਪ ਦੇ ਅੰਦਰ ਦੀ ਜਿਹੜੀ ਜਲਨ ਹੈ ਉਹ ਸ਼ਾਂਤ ਹੁੰਦੀ ਹੈ। ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੈ ਅਸੰਤ, ਮੈਂ ਲਾਗਰ ਭਿਅੰਗਮ ਬੇਢਿਆ ਸ਼ੀਤਲਤਾ ਨਾ ਤਜੰਤ। ਜਿਵੇਂ ਚੰਦਨ ਆਪਣੀ ਠੰਡਕ ਨਹੀਂ ਛੱਡਦਾ ਹੈ, ਬਲਕਿ ਤਪੇ ਹੋਏ ਨੂੰ ਵੀ ਠੰਡਾ ਕਰ ਦਿੰਦਾ ਹੈ, ਇਸੇ ਤਰ੍ਹਾਂ ਕੋਈ ਚੋਰ, ਕੋਈ ਕੁੜਿਆਰ, ਕੋਈ ਠੱਗ, ਕੋਈ ਪਾਪੀ ਗੁਰੂ ਕੀ ਸੰਗਤ ਦੇ ਵਿੱਚ ਆਵੇ, ਸੰਗਤ ਦੀ ਰੰਗਤ ਤੇ ਸੰਗਤ ਦਾ ਪ੍ਰਭਾਵ ਤਾਂ ਪਹਿਲਾਂ ਹੀ ਉੱਤਮ ਹੈ। ਸੰਗਤ ਨੂੰ ਕਿਸੇ ਮਾੜੇ ਦੇ ਆਉਣ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਪਰ ਕੋਈ ਮਾੜਾ ਗੁਰੂ ਕੀ ਸੰਗਤ ਦੇ ਵਿੱਚ ਆ ਕੇ ਤੇ ਉਹ ਜ਼ਰੂਰ ਕੋਈ ਨਾ ਕੋਈ ਗੁਰੂ ਦੀ ਚੰਗੀ ਸਿੱਖਿਆ, ਕੋਈ ਚੰਗਾ ਉਪਦੇਸ਼ ਲੈ ਕੇ ਜਾਂਦਾ ਹੈ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ। ਸੋ ਅਸੀਂ ਵੀ ਗੁਰੂ ਕੋਲ ਇਹ ਬੇਨਤੀ ਕਰੀਏ, ਮਹਾਰਾਜ ਅਸੀਂ ਵੀ ਕੋਈ ਚੰਗਿਆਂ ਦੇ ਵਿੱਚੋਂ ਨਹੀਂ, ਹਾਲਤ ਸਾਡੀ ਵੀ ਇਸੇ ਤਰ੍ਹਾਂ ਦੀ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ, ਔਰ ਜੋ ਤੇਰੀ ਸ਼ਰਨਾਈ ਹਰ ਜੀਓ ਤਿਨ ਤੂੰ ਰਾਖਣ ਜੋਗ। ਜਿਹੜੇ ਤੁਹਾਡੀ ਸ਼ਰਨ ਦੇ ਵਿੱਚ ਜੁੜਦੇ ਨੇ
ਉਹਨਾਂ ਦੀ ਤੁਸੀਂ ਰੱਖਿਆ ਕਰਦੇ ਹੋ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਗੁਰੂ ਕਿਰਪਾ ਕਰੇ ਸਾਡੇ ਜੀਵਨ ਅੰਦਰ ਵੀ ਬਦਲਾਅ ਆਵੇ, ਤਬਦੀਲੀ ਆਵੇ, ਉੱਤਮ ਜੀਵਨ ਵਾਲੇ ਬਣੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।